Dear students, from your book A Panorama of Life, we will read the chapter of studies. First of all, I will introduce you with the author of this chapter. This is an essay. ਇਹ ਪੜ੍ਹਾਈ ਦੇ ਬਾਰੇ ਵਿੱਚ ਇੱਕ ਐਸੇ ਹੈਗਾ। ਇਹ ਫ੍ਰਾਂਸਿਸ ਬੇਕਨ ਨੇ ਲਿਖਿਆ। ਫ੍ਰਾਂਸਿਸ ਬੇਕਨ ਇੱਕ ਆਪਣੇ ਸਮੇਂ ਦਾ ਇੱਕ ਬਹੁਤ ਵਧੀਆ ਲੇਖਕ ਸੀਗਾ। ज़्यादातर वो लेख लिखता सीगा। ਉਹਨੂੰ ਕਿਹਾ ਜਾਂਦਾ ਕਿ ਹੀ ਇਜ਼ ਫਾਦਰ ਆਫ ਇੰਗਲਿਸ਼ ਐਸੇ ਐਂਡ ਫਾਦਰ ਆਫ ਇੰਗਲਿਸ਼ ਪ੍ਰੋਜ਼। ਉਹਨੇ ਬਹੁਤ ਜ਼ਿਆਦਾ ਵੋਲੀਅਮ ਲਿਖੇ ਹੈ ਐਸੇਸ ਦੇ ਵਿੱਚ। ਉਹਦੇ ਐਸੇਸ ਜਿਹੜੇ ਹੈ ਮੋਸਟਲੀ ਡੀਲਸ ਵਿਦ ਐਥੀਕਲ ਕੁਆਲਿਟੀਜ਼ ਕਹਿੰਦੇ ਨੈਤਿਕ ਗੁਣਾਂ ਦੇ ਨਾਲ ਭਰੇ ਹੋਏ ਨੇ। ਆਫ ਮੈਨ ਔਰ ਵਿਦ ਮੈਟਰਸ ਪਰਟੇਨਿੰਗ ਟੂ ਦ ਗਵਰਨਮੈਂਟ ਔਰ ਸਟੇਟ, ਰਾਜ ਦੇ ਬਾਰੇ ਵਿੱਚ, ਸਰਕਾਰ ਦੇ ਬਾਰੇ ਵਿੱਚ। ਦੇ ਆਰ ਫੁੱਲ ਆਫ ਪ੍ਰੈਕਟੀਕਲ ਵਿਜ਼ਡਮ ਆਫ ਲਾਈਫ। ਇਹ ਜ਼ਿੰਦਗੀ ਦੀ ਜਿਹੜੀ ਅਭਿਆਸਕ ਜਾਣਕਾਰੀ ਹੈ ਉਹਦੇ ਨਾਲ ਸੰਬੰਧਿਤ ਨੇ। ਹਿਜ਼ ਸਟਾਈਲ ਇਜ਼ ਅਫੋਰਿਸਟਿਕ, ਫਾਰਮਲ, ਇੰਪਰਸਨਲ ਐਂਡ ਇਨਫੋਰਮੇਟਿਵ। ਉਹਦਾ ਜਿਹੜਾ ਸਟਾਈਲ ਹੈਗਾ ਲਿਖਣ ਦਾ ਉਹ ਬਹੁਤ ਹੀ ਫਾਰਮਲ ਹੈਗਾ, ਇੰਪਰਸਨਲ ਵੀ ਹੈਗਾ ਅਤੇ ਬੜੀ ਜਾਣਕਾਰੀ ਪ੍ਰਦਾਨ ਕਰਦੇ ਨੇ ਉਹਦੇ ਐਸੇ। ਅਸੀਂ ਜਿਹੜਾ ਵਰਤਮਾਨ ਐਸੇ ਹੈਗਾ ਤੁਹਾਡਾ ਆਫ ਸਟੱਡੀਜ਼, ਇਹਦੇ ਵਿੱਚ ਅਸੀਂ ਉਹਨੇ फ़ायदे दसे है कि विद्या दे, पढ़ाई दे, पढ़न दे की फ़ायदे है। इस गल करके ਉਹਦਾ ਇਹ ਜਿਹੜਾ ਐਸੇ ਹੈਗਾ ਇਹ ਵਰਲਡ ਵਾਈਡ ਫੇਮਸ ਹੋਇਆ ਕਿਉਂਕਿ ਇਹਦੇ ਵਿੱਚ ਉਹਨੇ ਯੂਨੀਵਰਸਲ ਟਾਕ ਕੀਤੀ ਹੈ। ਦਿਸ ਟਾਕ ਡਜ਼ ਨਾਟ ਬਿਲੋਂਗ ਟੂ ਇੰਗਲੈਂਡ ਓਨਲੀ, ਦਿਸ ਬਿਲੋਂਗਸ ਟੂ ਯੂਨੀਵਰਸਲ ਐਟੀਟਿਊਡ ਐਂਡ ਅਪਰੋਚ। ਮੈਂ ਲੈਸਨ ਦੀ ਰੀਡਿੰਗ ਕਰਾਂਗੀ, ਤੁਸੀਂ ਵੀ ਆਪਣੀਆਂ ਕਿਤਾਬਾਂ ਤੋਂ ਰੀਡ ਕਰਨਾ ਕਿਉਂਕਿ ਇਹ ਚੈਪਟਰ ਕੁਛ ਹਾਰਡ ਹੈਗਾ ਤੇ ਤੂੰ ਮੈਂ ਵਰਡ ਟੂ ਵਰਡ ਇਹਦੀ ਟਰਾਂਸਲੇਸ਼ਨ ਵੀ ਕਰਾਂਗੀ ਨਾਲ ਤਾਂ ਕਿ ਤੁਹਾਨੂੰ ਪੂਰਾ ਲੈਸਨ ਸਮਝ ਆ ਜਾਵੇ। ਸਟੱਡੀਜ਼ ਸਰਵ ਫॉर ਡਿਲਾਈਟ, ਫॉर ਔਰਨਾਮੈਂਟ, ਫॉर ਐਬਿਲਿਟੀ। ਤਿੰਨ ਚੀਜ਼ਾਂ ਨੇ। ਪਹਿਲਾ ਹੀ ਕੁਐਸਚਨ ਹੈ ਤੁਹਾਡੀ ਕਿਤਾਬ ਦੇ ਵਿੱਚ ਕਿ ਇਹਦੇ ਕੀ ਫਾਇਦੇ ਨੇ ਪੜ੍ਹਾਈ ਦੇ। ਪੜ੍ਹਾਈ ਸਾਨੂੰ ਖੁਸ਼ੀ ਵੀ ਦਿੰਦੀ ਆ, ਸਾਨੂੰ ਖੂਬਸੂਰਤੀ ਵੀ ਦਿੰਦੀ ਹੈ ਅਤੇ ਸਾਡੀ ਯੋਗਤਾ ਵੀ ਵਧਾਉਂਦੀ ਹੈ। ਇਹ ਤੁਹਾਡੇ ਪਹਿਲੇ ਸਵਾਲ ਦਾ ਵੀ ਨਾਲ ਹੀ ਆਨਸਰ ਹੈ। ਅੱਗੇ ਹੈਗਾ ਇਹਦੇ ਫਾਇਦੇ ਕੀ ਨੇ। ਦਾ ਚੀਫ ਯੂਜ਼ ਫॉर ਡਿਲਾਈਟ ਇਜ਼ ਇਨ ਪ੍ਰਾਈਵੇਟਨੈਸ ਐਂਡ ਰਿਟਾਇਰਿੰਗ। ਇਹਦਾ ਖੁਸ਼ੀ ਕਦੋਂ ਮਿਲਦੀ ਹੈ? ਜਦੋਂ ਅਸੀਂ ਇਕੱਲੇਪਨ ਵਿੱਚ ਹੋਈਏ ਜਾਂ ਅਸੀਂ ਫੁਰਸਤ ਦੇ ਪਲਾਂ ਵਿੱਚ ਹੋਈਏ। ਅਗਲਾ ਪੁਆਇੰਟ ਹੈ ਫॉर ਔਰਨਾਮੈਂਟ ਇਜ਼ ਇਨ ਡਿਸਕੋਰਸ। ਅਤੇ ਇਹਦਾ ਜਿਹੜਾ ਹੈਗੀ ਹੈ ਬਿਊਟੀਫਿਕੇਸ਼ਨ, ਇਹਦੀ ਖੂਬਸੂਰਤੀ ਕਾਹਦੇ ਵਿੱਚ ਹੈ? ਇਨ ਡਿਸਕੋਰਸ। ਡਿਸਕੋਰਸ ਮੀਨ ਗੱਲਬਾਤ ਦੇ ਵਿੱਚ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਪਤਾ ਲੱਗ ਜਾਂਦਾ ਕਿ ਇਹ ਵਿਅਕਤੀ ਪੜ੍ਹਿਆ ਲਿਖਿਆ, ਇਹ ਵਿਅਕਤੀ ਆਲਮ ਫਾਜ਼ਲ ਹੈ, ਇਸ ਨੂੰ ਜਾਣਕਾਰੀ ਹੈ। ਐਂਡ ਫॉर ਐਬਿਲਿਟੀ ਇਜ਼ ਇਨ ਜੱਜਮੈਂਟ ਐਂਡ ਡਿਸਪੋਜੀਸ਼ਨ ਆਫ ਬਿਜ਼ਨਸ। ਅਤੇ ਇਹਦੀ ਯੋਗਤਾ ਦਾ ਪਤਾ ਕਿਵੇਂ ਲੱਗਦਾ? ਕਿਸੇ ਚੀਜ਼ ਦੀ ਪਰਖ ਦੇ ਵੇਲੇ ਜਾਂ ਕੰਮਕਾਰ ਦੀ ਵਿਵਸਥਾ ਦੇ ਵਿੱਚ। ਫॉर ਐਕਸਪਰਟ ਮੈਨ ਕੈਨ ਐਗਜ਼ੀਕਿਊਟ ਐਂਡ ਜਿਹੜੇ ਵਧੀਆ ਬੰਦੇ ਨੇ, ਐਕਸਪਰਟ ਵਿਅਕਤੀ ਨੇ, ਉਹ ਕੀ ਕਰਦੇ ਨੇ? ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਨੇ ਪੜ੍ਹਾਈ ਦਾ ਫਾਇਦਾ ਲੈਂਦੇ ਹੋਏ। ਪਰਹੈਪਸ ਜੱਜ ਆਫ ਪਾਰਟੀਕੂਲਰਸ ਵਨ ਬਾਏ ਵਨ। ਅਤੇ ਨਿੱਜੀ ਮਾਮਲਿਆਂ ਦੀ ਪਰਖ ਵਿੱਚ ਉਹ ਬੜੇ ਕਾਰਾਗਾਰ ਸਾਬਤ ਹੁੰਦੇ ਨੇ। ਬਟ ਦਾ ਜਨਰਲ ਕੌਂਸਲ, ਅਤੇ ਆਮ ਸਲਾਹ ਮਸ਼ਵਰੇ ਦੀ ਜੇ ਗੱਲ ਕਰੀਏ, ਐਂਡ ਦਾ ਪਲਾਟਸ ਐਂਡ ਦਾ ਮਾਰਸ਼ਲਿੰਗ ਆਫ ਅਫੇਅਰਸ, ਅਤੇ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਗੱਲ ਕਰੀਏ, ਕੰਮਾਂ ਕਾਰਾਂ ਨੂੰ ਕਾਬੂ ਵਿੱਚ ਲਿਆਉਣ ਦੀ ਗੱਲ ਕਰੀਏ, ਕਮ ਫਸਟ ਫਰੋਮ ਦੋਜ਼ ਦੈਟ ਆਰ ਲਰਨਡ। ਪੜ੍ਹੇ ਲਿਖੇ ਬੰਦੇ ਇਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਨ। ਟੂ ਸਪੈਂਡ ਟੂ ਮਚ ਟਾਈਮ ਇਨ ਸਟੱਡੀਜ਼ ਇਜ਼ ਸਲੋਥ। ਪੜ੍ਹਾਈ ਵਿੱਚ ਲੋੜ ਨੂੰ ਵੱਧ ਸਮਾਂ ਲਾਉਣ ਦਾ ਮਤਲਬ ਹੈ ਕਿ ਆਲਸ ਨੂੰ ਸੱਦਾ ਦੇਣਾ, ਆਲਸੀ। ਸਲੋਥ ਮੀਨ ਆਲਸੀ। ਟੂ ਯੂਜ਼ ਦੈਮ ਟੂ ਮਚ ਫॉर ਔਰਨਾਮੈਂਟ ਇਜ਼ ਅਫੈਕਟੇਸ਼ਨ। ਅਫੈਕਟੇਸ਼ਨ ਹੁੰਦਾ ਬਨਾਵਟੀ, ਆਰਟੀਫਿਸ਼ੀਅਲ। ਜੇ ਅਸੀਂ ਲੋੜ ਨਾਲੋਂ ਵੱਧ ਇਹਦੀ ਖੂਬਸੂਰਤੀ ਵੱਲ ਹੀ ਜ਼ੋਰ ਦਈਏ ਕਿ ਅਸੀਂ ਬੜਾ ਇਹਦੇ ਨਾਲ ਬਨਾਵਟੀਪਨ ਆ ਜਾਂਦਾ ਹੈ। ਟੂ ਮੇਕ ਜੱਜਮੈਂਟ ਹੋਲੀ ਬਾਏ ਦੇਅਰ ਰੂਲਸ। ਅਤੇ ਇਹ ਸੰਪੂਰਨ ਉਦੋਂ ਹੀ ਹੁੰਦੀ ਹੈ ਪੜ੍ਹਾਈ ਜਦੋਂ ਅਸੀਂ ਇਹਦੇ ਨਿਯਮਾਂ ਨੂੰ ਸੰਪੂਰਨ ਤੌਰ 'ਤੇ ਵਰਤਦੇ ਹਾਂ। ਅਦਰਵਾਈਜ਼ ਜੇ ਅਸੀਂ ਨਿਯਮਾਂ ਨੂੰ ਹੀ ਵਰਤੀ ਜਾਈਏ ਤਾਂ ਇਹ ਕੀ ਬਣ ਜਾਏਗਾ? ਇਸ ਦਾ ਹਿਊਮਰ ਆਫ ਦਾ ਸਕੋਲਰ। ਹਿਊਮਰ ਹੁੰਦਾ ਮਜ਼ਾਕ। ਇਹ ਇੱਕ ਸਕੋਲਰ ਦਾ ਮਜ਼ਾਕ ਉੜੇਗਾ ਜੇ ਉਹ ਨਿਯਮਾਂ ਤਹਿਤ ਹੀ ਗੱਲ ਕਰੇ। ਪੜ੍ਹਾਈ ਨੇ ਸਾਨੂੰ ਸਿਆਣਾ, ਸਮਝਦਾਰ, ਮੌਕੇ ਮੁਤਾਬਕ ਗੱਲ ਕਰਨ ਵਾਲਾ, ਮੌਕੇ ਮੁਤਾਬਕ ਕੰਮ ਕਰਨ ਵਾਲਾ, ਮੌਕੇ ਨੂੰ ਸਮਝਣ ਵਾਲਾ ਬਣਾਉਣਾ ਹੁੰਦਾ ਹੈ। ਬੇਟੇ ਅਗਲੀ ਲਾਈਨ 'ਤੇ ਕੰਸੈਂਟਰੇਟ ਕਰੋ। ਦੇ ਪਰਫੈਕਟ ਨੇਚਰ ਐਂਡ ਆਰ ਪਰਫੈਕਟਡ ਬਾਏ ਐਕਸਪੀਰੀਅੰਸ।
ਇਹਦੇ ਨਾਲ ਬੰਦੇ ਦਾ ਸੁਭਾਅ, ਬੰਦੇ ਦੇ ਗੁਣ ਤੇ ਉਹਦਾ ਤਜਰਬਾ ਸੰਪੂਰਨ ਹੋ ਜਾਂਦਾ ਹੈ। ਫॉर ਨੈਚੁਰਲ ਐਬਿਲਿਟੀਜ਼ ਲਾਈਕ ਨੈਚੁਰਲ ਪਲਾਂਟਸ ਦੈਟ ਨੀਡ ਪ੍ਰੂਨਿੰਗ, ਜਿੱਦਾਂ ਅਸੀਂ ਰੁੱਖਾਂ ਨੂੰ ਛਾਂਗਦੇ ਹਾਂ, ਪ੍ਰੂਨਿੰਗ ਹੁੰਦਾ ਛਾਂਗਣਾ, ਜਿੱਦਾਂ ਅਸੀਂ ਰੁੱਖਾਂ ਨੂੰ ਛਾਂਗਦੇ ਹਾਂ। ਬਾਏ ਸਟੱਡੀ ਐਂਡ ਸਟੱਡੀ ਦੈਮਸੈਲਫ ਡੂ ਗਿਵ ਫੋਰਥ ਡਾਇਰੈਕਸ਼ਨਸ ਟੂ ਮਚ ਐਜ਼ ਲਾਰਜ। ਇਵੇਂ ਹੀ ਪੜ੍ਹਾਈ ਸਾਡੇ ਵਿੱਚ ਜਿਹੜੀਆਂ ਐਬਸਰਡ ਥਿੰਗਸ ਹੁੰਦੀਆਂ ਨੇ, ਸਾਡੇ ਵਿੱਚ ਜਿਹੜੀਆਂ ਚੀਜ਼ਾਂ ਦੀ ਸਾਨੂੰ ਜਾਣਕਾਰੀ ਨਹੀਂ ਹੁੰਦੀ, ਜਾਂ ਸਾਡੇ ਜਿਹੜੇ ਮਨ ਵਿੱਚ ਖਿਆਲ ਵੀ ਹੁੰਦੇ ਨੇ, ਵਹਿਮ ਹੁੰਦੇ ਨੇ, ਉਹਨਾਂ ਦੀ ਪ੍ਰੂਨਿੰਗ ਕਰ ਦਿੰਦੇ ਨੇ, ਉਹਨਾਂ ਨੂੰ ਛਾਂਗ ਦਿੰਦੀ ਹੈ ਪੜ੍ਹਾਈ। ਐਕਸੈਪਟ ਬਾਏ ਬੀ ਬਾਉਂਡਡ ਬਾਏ ਇਨ ਐਕਸਪੀਰੀਅੰਸ, ਇਹ ਗੱਲ ਤਜਰਬੇ ਦੇ ਨਾਲ ਹੀ ਆਉਂਦੀ ਹੈ। ਅੱਗੇ ਬੜੀਆਂ ਇੰਪੋਰਟੈਂਟ ਫਿਰ ਲਾਈਨਾਂ ਹੈਗੀਆਂ ਨੇ। ਕਰਾਫਟੀ ਮੈਨ, ਕਰਾਫਟੀ ਕੀ ਹੁੰਦੇ ਨੇ? ਕਰਾਫਟੀ ਮੈਨ ਮਕਾਰ ਆਦਮੀ। ਮਕਾਰ ਆਦਮੀ ਕੀ ਕਰਦੇ ਨੇ? ਕੰਡੈਮ ਸਟੱਡੀ, ਉਹ ਪੜ੍ਹਾਈ ਦੀ ਨਿੰਦਾ ਕਰਦੇ ਨੇ। ਸਿੰਪਲ ਮੈਨ ਐਡਮਾਇਰ ਦੈਮ, ਸਧਾਰਨ ਵਿਅਕਤੀ ਕੀ ਕਰਦਾ ਹੈ? ਪੜ੍ਹਾਈ ਦੀ ਪ੍ਰਸ਼ੰਸਾ ਕਰਦਾ ਹੈ। ਐਂਡ ਵਾਈਜ਼ ਮੈਨ ਯੂਜ਼ ਦੈਮ, ਸਿਆਣਾ ਵਿਅਕਤੀ ਉਹੀ ਹੁੰਦਾ ਹੈ ਜਿਹੜਾ ਪੜ੍ਹਾਈ ਦਾ, ਜਿਹੜਾ ਵਿਦਿਆ ਦਾ ਫਾਇਦਾ ਚੱਕਦਾ ਹੈ। ਐਂਡ ਦੇ teach not their own use but this is wisdom without them above them won by observation। ਤੇ ਇਹਦੇ ਨਾਲ ਕੀ ਹਾਸਲ ਹੁੰਦਾ ਹੈ? ਹਰ ਚੀਜ਼ ਨੂੰ ਬੜੇ ਧਿਆਨ ਦੇ ਨਾਲ ਨਿਰੀਖਣ ਕਰਨਾ, ਹਰ ਚੀਜ਼ ਨੂੰ ਗੌਰ ਨਾਲ ਦੇਖਣਾ, ਇਹ ਹੀ ਸਟੱਡੀਜ਼ ਹੁੰਦਾ ਹੈ, ਇਹੀ ਵਿਦਿਆ ਹੁੰਦੀ ਹੈ, ਇਹੀ ਪੜ੍ਹਾਈ ਹੁੰਦੀ ਹੈ। ਅੱਗੇ ਅਗਲੇ ਪੈਸੇਜ ਦੇ ਵਿੱਚ ਪੇਜ ਨੰਬਰ 20 ਦੇ ਵਿੱਚ ਰਾਈਟਰ ਅੱਗੇ ਕੀ ਕਹਿਣਾ ਚਾਹੁੰਦਾ ਹੈ? ਰੀਡ ਨਾਟ ਟੂ ਕੰਟਰਾਡਿਕਟ ਔਰ ਕਨਫਿਊਟ, ਇਸ ਲਈ ਨਾ ਪੜ੍ਹੋ। ਕਈ ਲੋਕਾਂ ਦੇ ਪੜ੍ਹਨ ਦੇ ਅਲੱਗ-ਅਲੱਗ ਮਤਲਬ ਹੁੰਦੇ ਨੇ। ਹੁਣ ਉਹ ਦੱਸਦਾ ਕਿ ਪੜ੍ਹਾਈ ਦਾ ਮਤਲਬ ਕੀ ਹੋਣਾ ਚਾਹੀਦਾ, ਪੜ੍ਹਨ ਦਾ ਮਤਲਬ ਕੀ ਹੋਣਾ ਚਾਹੀਦਾ ਹੈ। ਰੀਡ ਨਾਟ ਟੂ ਕੰਟਰਾਡਿਕਟ, ਕਿਸੇ ਦਾ ਵਿਰੋਧ ਕਰਨ ਲਈ ਨਾ ਪੜ੍ਹੋ, ਕਿਸੇ ਦਾ ਖੰਡਨ ਕਰਨ ਲਈ ਨਾ ਪੜ੍ਹੋ। ਨੋਰ ought to believe or take for granted, ਬਿਨਾਂ ਜਾਂਚ ਦੇ ਐਵੇਂ ਹੀ ਗੱਲ ਨੂੰ ਮੰਨ ਲੈਣ ਲਈ ਵੀ ਨਾ ਪੜ੍ਹੋ, ਵੀ ਐਵੇਂ ਹੀ ਮੰਨੀ ਜਾਓ। ਜੇ ਕੋਈ ਕਹੇ ਵੀ ਮੈਂ ਬਹੁਤ ਪੜ੍ਹਿਆ, ਉਹਦੀ ਗੱਲ ਨੂੰ ਮੰਨੀ ਜਾਓ। ਫਾਈਂਡ ਟਾਕ ਐਂਡ ਡਿਸਕੋਰਸ, ਨੋਰ ਟੂ ਫਾਈਂਡ ਟਾਕ ਐਂਡ ਡਿਸਕੋਰਸ, ਗੱਲਬਾਤ ਦੇ ਹੁਨਰ ਨੂੰ ਪਛਾਣੋ। ਬਟ ਟੂ ਵੇਟ ਐਂਡ ਕੰਸੀਡਰ, ਧਿਆਨ ਦੇ ਨਾਲ ਮੁਲਾਂਕਣ ਕਰੋ। ਸਮ ਬੁੱਕਸ ਆਰ ਟੂ ਬੀ ਟੇਸਟਡ, ਅਸੀਂ ਜ਼ਿੰਦਗੀ 'ਚ ਢੇਰ ਸਾਰੀਆਂ ਬੱਚਿਓ ਕਿਤਾਬਾਂ ਪੜ੍ਹਦੇ ਹਾਂ, ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹਾਂ। ਤੁਹਾਡੇ ਟੀਚਰ, ਤੁਹਾਡੇ ਆਲੇ ਦੁਆਲੇ, ਤੁਹਾਡੇ ਪੈਰੈਂਟਸ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਨੇ, ਪਰ ਕਿਤਾਬਾਂ ਦੇ ਵਿੱਚ ਕੀ ਕੁਛ ਹੁੰਦਾ ਇਹ ਜਾਣੋ। ਕਮ ਟੂ ਦਾ ਪੁਆਇੰਟ, ਇਟ ਇਜ਼ ਪੇਜ ਨੰਬਰ 20 ਅਗੇਨ। ਸਮ ਬੁੱਕਸ ਆਰ ਟੂ ਬੀ ਟੇਸਟਡ, ਕੁਛ ਕਿਤਾਬਾਂ ਤਾਂ ਇਵੇਂ ਹੁੰਦੀਆਂ ਜਿਵੇਂ ਅਸੀਂ ਚੀਜ਼ਾਂ ਦਾ ਸਵਾਦ ਚੱਖਦੇ ਹਾਂ। ਅਦਰਸ ਆਰ ਟੂ ਬੀ ਸਵੈਲੋਡ, ਸਵੈਲੋਡ ਹੁੰਦਾ ਨਿਗਲ ਜਾਣਾ, ਜਿੱਦਾਂ ਅਸੀਂ ਦਵਾਈ ਨਿਗਲ ਜਾਂਦੇ ਹਾਂ। ਕੁਛ ਕਿਤਾਬਾਂ ਇੱਦਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨਿਗਲ ਜਾਂਦੇ ਹਾਂ। ਐਂਡ ਸਮ ਫਿਊ ਟੂ ਬੀ ਚਿਊਡ ਐਂਡ ਡਾਈਜੈਸਟਡ, ਕੁਝ ਕਿਤਾਬਾਂ ਇਵੇਂ ਦੀਆਂ ਹੁੰਦੀਆਂ ਹਨ ਜਿੱਦਾਂ ਅਸੀਂ ਕਿਸੇ ਚੀਜ਼ ਨੂੰ ਚੱਬ ਕੇ ਖਾਂਦੇ ਹਾਂ ਅਤੇ ਉਹਨੂੰ ਪਚਾ ਲੈਂਦੇ ਹਾਂ। ਚਿਊ ਹੁੰਦਾ ਚੱਬ ਕੇ ਖਾਣਾ, ਡਾਈਜੈਸਟਡ ਹੁੰਦਾ ਪਚਾ ਲੈਣਾ। that is some books are to be read only in parts, ਕੁਝ ਕਿਤਾਬਾਂ ਤਾਂ ਅਸੀਂ ਹਿੱਸਿਆਂ ਵਿੱਚ ਪੜ੍ਹਦੇ ਹਾਂ। others to be read but not curiously, ਕੁਛ ਅਸੀਂ ਸਧਾਰਨ ਪੜ੍ਹ ਲੈਂਦੇ ਹਾਂ ਪਰ ਉਤਸੁਕਤਾ ਨਹੀਂ ਰੱਖਦੇ। some to be read wholly, ਕੁਛ ਕਿਤਾਬਾਂ ਨੂੰ ਅਸੀਂ ਪੂਰਾ ਪੜ੍ਹਦੇ ਹਾਂ। with diligence and attention, ਲਗਾਤਾਰ, diligence mean ਸੁਚੇਤ ਹੋ ਕੇ, attention mean ਧਿਆਨ ਦੇ ਨਾਲ। some books also, ਪੇਜ ਨੰਬਰ 21, some books also may be read by deputy, ਕੁਛ ਜਿਹੜੀਆਂ ਡੈਪੂਟੀ ਦਾ ਇੱਥੇ ਮਤਲਬ ਹੈ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਸਾਨੂੰ ਇਸ ਕਿਤਾਬ 'ਚ ਕੀ ਲਿਖਿਆ ਸਾਨੂੰ ਦੱਸੋ, ਸਾਰ ਸੁਣਨਾ, ਕਿਸੇ ਚੀਜ਼ ਦੀ ਸਮਰੀ ਸੁਣਨਾ। ਐਂਡ ਐਕਸਟਰੈਕਟਸ ਮੇਡ ਆਫ ਦੈਮ ਬਾਈ ਅਦਰਸ, ਅਤੇ ਲੋਕ ਸਾਨੂੰ ਉਹਦਾ ਇੱਕ ਨਿਚੋੜ ਜਿਹਾ ਦੱਸ ਦਿੰਦੇ ਨੇ ਕਿ ਇਹਦੇ ਵਿੱਚ ਇਹਦਾ ਕੇਂਦਰੀ ਭਾਵ ਹੈ, ਇਹ ਕਹਿਣਾ ਚਾਹੁੰਦਾ। ਬਟ ਦੈਟ ਵੁੱਡ ਬੀ ਓਨਲੀ in the less important arguments and meaner sort of books, ਕਹਿੰਦਾ ਇਹ ਕੋਈ ਪੁਸਤਕਾਂ ਪੜ੍ਹਨ ਦਾ ਕੋਈ ਵਧੀਆ ਤਰੀਕਾ ਨਹੀਂ, ਇਹ ਇੱਕ ਮੀਨਰ ਸੌਰਟ ਆਫ ਹੈ ਜਿਹਦੇ ਨਾਲ ਕਿਤਾਬਾਂ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਐਲਸ ਡਿਸਟਿਲਡ ਬੁੱਕਸ ਆਰ, ਇਹ ਇੱਦਾਂ ਹੈ ਜਿੱਦਾਂ ਕਿ ਅਸੀਂ ਡਿਸਟਿਲਡ ਪਾਣੀ ਹੁੰਦਾ ਨਾ, ਪਾਣੀ ਫਿਲਟਰ ਕੀਤਾ ਹੋਇਆ ਪਾਣੀ ਹੁੰਦਾ, ਇਹ ਮੌਲਿਕ ਪੁਸਤਕ ਦੇ ਅੰਸ਼ਾਂ ਨੂੰ ਪੜ੍ਹਨਾ। ਡਿਸਟਿਲਡ ਬੁੱਕ ਦਾ ਮਤਲਬ ਹੈ ਕਿ ਰੀਅਲ ਜਿਹੜੀ ਬੁੱਕ ਹੁੰਦੀ ਹੈ ਉਹਦੇ ਅੰਸ਼ਾਂ ਨੂੰ ਪੜ੍ਹਨਾ। ਇਜ਼ ਲਾਈਕ ਕਾਮਨ ਡਿਸਟਿਲਡ ਵਾਟਰ ਫਲੈਸ਼ੀ ਥਿੰਗਸ, ਟੇਸਟਲੈਸ
पूरा टेस्ट नहीं। देखो पानी का टेस्ट बदल जाता जो असी फिल्टर करके पीने आ। इवें ही जदों असी किसी के मूँहों सार सुनते हैं जां मौलिक पुस्तक के अंश जिहड़े ने उन्होंने सुनते हैं जां उन्होंने ऐड करते हैं, ये नाल उहदा असली टेस्ट गुआच जाता। पुस्तक की असली जिहड़ी ब्यूटी है, असली टेस्ट जिहड़ा वो वैनिश हो जाता है। बेटे अगला पैरा, रीडिंग मेक द फुल मैन, पढ़न दे नाल व्यक्ति संपूर्ण होता है। कॉन्फ्रेंस ए रेडी मैन, गलबात दे नाल व्यक्ति तैयार हो जाता। देखो एक पैसेज है, पहला फुल मैन, फिर रेडी मैन, फिर एग्जैक्ट मैन। एग्जैक्ट मैन किवें बनता है? राइटिंग दे नाल। रीडिंग दे नाल राइटिंग भी बहुत जरूरी है। एंड देयर फोर इफ ए मैन राइट्स लिटल, जे कोई बंदा बहुत थोड़ा लिखदा, ही हैड नीड हैव अ ग्रेट मैमरी, उन्होंने चंगी याद शक्ति की लोड़ है। इफ ही कॉन्फर्स लिटल, जे वो गलबात थोड़ी करता है, ही हैड नीड हैव ए प्रेजेंट विट, वो हाजिर जवाबी जरूर होनी चाहिए है। एंड इफ ही रीड्स लिटल, जे वो थोड़ा पढ़ता तो फिर ये सारा कुछ पूरा नहीं बन सकता, क्योंकि लिखण दे लई पढ़ना बहुत जरूरी है। ही हैड नीड हैव मच कनिंग टू सीम टू नो दैट ही डथ नॉट, ये नाल की है कि कनिंग जिहड़ी चतुराई तां ही आ सकती है, बंदा चतुर जां इंटैलीजेंट तद ही बन सकता है जे उहदे कोल रीडिंग ते राइटिंग वाले दोनों गुण आ जाते हैं। अगला पैसेज, दैट इज़ द लास्ट पैसेज ऑफ योर ऐसे, हिस्टरीज मेक मैन वाइज, इतिहास दीयां किताबां पढ़ के लोग सियाणे बन जाते हैं। पोइट्स विटी, जिहड़े कवि लोग हुंदे हन उन्हां विच कल्पना बहुत हुंदी है। विट मीन उन्हां विच कल्पनाशील हुंदे हन। द मैथेमैटिक्स सबल, मैथेमैटिक्स की पढ़ाई की बनाउंदी है? इंसान नूं सूक्ष्मदर्शी बनाउंदी है। फिलोसफी डीप, जिहड़ी फिलोसफी की पढ़ाई है बंदे नूं डूंघाई तक लै जाती है। मॉरल ग्रेव, लॉजिक एंड रिटोरिक एबल टू कंटेंड, ते बड़ा रिटोरिक मीन प्रभावशाली, लॉजिक मीन तर्कमई, मॉरल मीन नैतिक, ग्रेव मीन गंभीर। ये सारा कुछ सानू दर्शन दे विचों, सानू फिलोसफी दे विचों मिलता है। अगे एक लैटिन वर्ड्स यूज़ किया होया है, एब्यूएंट स्टडी इन मोर, उहदा इंग्लिश तर्जमा बनता है स्टडीज़ पास इन टू करैक्टर। जिहड़ी विद्या है, जिहड़ी पढ़ाई है, ये ही तुहाडा किरदार बनाउंदी है। ने देयर इज़ नो स्टैंड और इंपैडीमेंट इन विट, दिमाग लई तां कोई रोक नहीं हुंदी, इंपैडीमेंट हुंदी रोक, विट हुंदा दिमाग दे उत्ते। बट मे बी रॉट आउट बाय फिट स्टडीज़ लाइक एज डिजीज़ ऑफ बॉडी मे बी एप्रोप्रीएट एक्सरसाइजिज, जदों कोई बीमार हो जाए तो कुछ एक्सरसाइजिज करके बंदा ठीक हो सकता है। इवें ही जिमें राइटर दसदा, बॉलिंग इज़ गुड फॉर स्टोन एंड रीनस, स्टोन हुंदा पत्थरी, जे किसी नूं पत्थरी की शिकायत हो जाए जां गुरदे की शिकायत हो जाए तां बॉलिंग जिहड़ी है वो गुड एक्सरसाइज है, गेंद नूं वार वार मारना। अगला है शूटिंग फॉर लंग्स एंड ब्रैसट, तीरअंदाजी की जिहड़ी खेड है वो किहदे लई ज़्यादा अच्छी है? फेफड़ियां लई ते छाती लई बहुत वधिया है। जेंटल वॉकिंग फॉर स्टमक, ते तुरना जिहड़ा पेट लई बहुत वधिया। राइडिंग फॉर द हैड, ते सिर दे लई घोड़सवारी करनी बहुत वधिया है। एंड द लाइक। सो इफ द मैनस विट इज़ वैंडरिंग, जे बंदे का ध्यान ना केंद्रित हुंदा होवे फिर की कर, विट बी वैंडरिंग, ध्यान केंद्रित ना हुंदा होए। लैट हिम स्टडी द मैथेमैटिक्स, उसनूं हिसाब दे सवाल करने चाहिए हैं। फॉर इन डैमोस्ट्रेशन इफ हिज विट इज़ नॉट एप्ट टू डिस्टिंग्विश और फाइंड द डिफरेंसिस, जे उहदी एकाग्रता की घाट ज़्यादा है। लैट हिम स्टडी द स्कूलमैन, तो उन्होंने अध्यापकों की तरह पढ़ना चाहिए है। फॉर दे आर साइमनी सैक्टर्स होंगे क्योंकि ये लोग वाल की खल लाते हैं। इफ ही बी नॉट एप्ट टू बीट ओवर द मैटर्स, जे फिर भी वो इस गल की पूरी तर्क या समझ ना रखे। एंड टू कॉल अप वन थिंग टू प्रूव एंड इलस्ट्रेट एन अदर, लैट हिम स्टडी द लायर्स केस, जे दिमाग की त्रुटि नूं दूर करना है तो फिर उसनूं कानून दीयां किताबां पढ़नियां पैणगियां, उसनूं वकीलों के केस पढ़ने पैणगे। सो एवरी डिफैक्ट ऑफ द माइंड में हैव स्पैशल रिसीप्ट, इस करके दिमाग की हर त्रुटि नूं दूर करन दा नुस्खा जां इलाज पढ़ाई विच है। बेटे इस तरह ये तुहाडा चैप्टर खत्म हो जाता। ये जिहड़े मैं तुहानूं मोस्टली हर शब्द की पंजाबी दसी हैगी है,
ਤੇ ਕੁਐਸਚਨ ਉਨੇ ਹੀ ਸੌਖੇ ਨੇ। ਵਾਟ ਡੂ ਸਟੱਡੀ ਸਰਵ ਫਾਰ, ਸਟੱਡੀਜ਼ ਦਾ ਕੀ ਫਾਇਦੇ ਹੁੰਦੇ ਨੇ ਉਹ ਮੈਂ ਤੁਹਾਨੂੰ ਪਹਿਲੀ ਲਾਈਨ 'ਚ ਹੀ ਦੱਸਿਆ ਹੈਗਾ ਆ ਦੇਖੋ ਪਹਿਲੀ ਲਾਈਨ 'ਚ ਤੁਸੀਂ ਇਹਦੇ ਕੰਪਰੀਹੈਂਸ਼ਨ ਦੇ ਕੁਐਸਚਨ ਹੈ, ਸਮਝ ਦੇ ਕੁਐਸਚਨ ਹੈ, ਪਿੱਛੋਂ ਕੁਐਸਚਨ ਨੂੰ ਦੇਖਣਾ ਹੈ, ਅੱਗੇ ਉਹਦਾ ਆਨਸਰ ਲੱਭਣਾ। ਸਟੱਡੀਜ਼ ਸਰਵ ਫॉर डिलाइट, फॉर ऑर्नामेंट एंड फॉर एबिलिटी। पहले सवाल का पहली लाइन च उत्तर है। वाट आर द चीफ यूजेज ऑफ स्टडीज़, स्टडी के चीफ यूजेज हैगे ने। चीफ यूज फॉर डिलाइट इज़ प्राइवेटनेस एंड रिटायरिंग, फॉर ऑर्नामेंट इज़ इन डिस्कोर्स एंड फॉर एबिलिटी इट इज़ इन द जजमेंट एंड डिस्पोजिशन ऑफ बिजनेस। इवें ही बच्चों थोड़े लिए एक्सरसाइज है कि तुसी हुण जिहड़े ये अगे क्वेश्चनस हैगे ने इवें ही कॉम्प्रीहेंशन का मतलब हुंदा समझदारी नाल प्रश्नों के उत्तर लभने। तुसी पिछों प्रश्न देखने ने, प्रश्न का उत्तर अग्गों लभना, क्योंकि हुण मैं तुहानूं पंजाबी मीडियम च सारा समझा दिता। आई थिंक यू विल फॉलो इट and you will report me. Thank you very much. Have a nice day.